सतनाम वाहिगुरु साहिब जियो। बिलावल महला पंजवा। माटी ते जिन साजिया कर दुर्लभ दे, अनक छिदर मन में टके निर्मल दृष्टि। माटी ते जिन साजिया कर दुर्लभ दे, अनक छिदर मन में टके निर्मल दृष्टि। क्यों बिसरै प्रभ मनै ते, जिसके गुण ए प्रभ तज रचे जे आन स्यों। सोर लिय खे रहाओ, सिमरो सिमरो सास सास मत बिलम करे। छोड़ पर पंच प्रभ स्यों रचो, तज कूड़े ने जिन अनक एक बहु रंग किए। है होसी ये कर सेवा तिस पार ब्रह्म, गुरते मत ले। ऊंचे ते ऊंचा वड्डा सब संग बरने। दास दास को दासरा नानक कर ले। ऊंचे ते ऊंचा वड्डा सब संग बरने। दास दास को दासरा नानक कर ले। वाहिगुरु जी का खालसा, वाहिगुरु जी की फतेह। जुगो जुगो टल तन तन गुरु ग्रंथ साहिब जी, गुरु पातशाह जी दी अपार बख्शिश। टल दी शाम सत्संगत दा समा असीं माण रहे हैं। ये वक्त गुरबाणी व्याख्या दा है, जिस विच राग बिलावल दे गुरु अर्जन साहब द्वारा उच्चारण किए गए बचन असीं विचारदे हां। शब्द आपने सरवण कर लिया है। विचार रहाओ दे पदे तो प्रारंभ करते हैं। गुरुदेव जिक्र करते ने, क्यों बिसरै प्रभ मनै ते, जिसके गुण एह। प्रभ तज रचे जे आन ज्यों आन स्यों, सो रलिए खे। बाणी दे अंदर जो मैसेज आ, वो सारी बाणी दे विच एक रूपता नाल ही पसरिया आ। उहदे च मतलब ये नहीं हैगा कि कोई विरोधाभास होए। ते महाराज वार वार चीज़ां दी रैपीटिशन भी कराउंदे ने, क्योंकि यही सिमरन है। जिवें शब्द आ, क्यों बिसरै प्रभ मनै ते, जिसके गुण ए। क्यों बिसरै, कला इन्ना ही पाठ चक लईए ते साहिब महाराज करतार नूं ना वसारण दी प्रेरणा वार वार बाणी च देंदे कि तुसीं लिटरली तौर ते शब्द पढ़दे, विसर नाही दातार अपना नाम दे अरदास रूपिया। मालिक तू विसरे ना, तेरी होंद दा एहसास मेरी सुरत चों मनफी ना होए। मेरी अरदास इस रूप दे विच आ। किते महाराज बयान करदे कि तू बिसरै तां सब को लागू, चीत आए तां सेवा। मैं तेनों वसारदा ते तेनों वसारन दे नाल मेरी मुश्किल वध जाती है। सब तो वड्डी मुश्किल तो यह है कि सब को लागू। संसार सारा ही दुश्मन दिसदा आ, क्योंकि बंदा प्रेम दी समूरत विचों पैदा होया। किसी ने धरती ते प्रेम नूं सिरजिया, तो सिरजन विचों ही जीवन की आमद हुई।
we're not just talking about only biological act. We are seeing the way life evolve in this world. ਇਹ ਮਹਾਰਾਜ ਬਾਣੀ 'ਚ ਹੀ ਬਿਆਨ ਕਰਦੇ। ਆਪਾਂ ਸਵੇਰੇ ਵੀ ਥੋੜ੍ਹੀ ਜਿਹੀ ਬਾਤ ਕਰ ਰਹੇ ਸੀਗੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਇਸ ਕਿਸੇ ਚਾਅ ਵਿੱਚੋਂ ਆਈ ਇਹ ਚੀਜ਼, ਸਾਰੀ ਕੁਦਰਤ ਇਹ ਖੇੜੇ ਦਾ ਰੂਪ ਆ। ਜੀਵਨ ਮਤਲਬ ਜਿਵੇਂ ਜੀਵਨ ਆਮਦ ਲੈਂਦਾ ਆ, ਉਹ ਭਾਵੇਂ ਛੋਟਾ ਜਿਹਾ ਫੁੱਲ ਆ, ਛੋਟਾ ਜਿਹਾ ਕੋਈ ਬੂਟਾ ਆ, ਕੋਈ ਫਸਲ ਉੱਗ ਰਹੀ ਹੈ, ਕਿਸੇ ਰੂਪ ਵਿੱਚ ਵੀ ਦੇਖੋ। ਮਾਸੂਮ ਬੱਚਾ ਆ ਰਿਹਾ ਆ ਧਰਤੀ ਦੇ ਉੱਤੇ, ਉਹਨੂੰ ਦੇਖਦੇ ਹੋ, ਨਿਹਾਰਦੇ ਹੋ, ਕਿਆ ਖੂਬਸੂਰਤੀ ਹੈ। ਕਿਸੇ ਚਾਅ ਵਿੱਚੋਂ, ਉਮੰਗ ਵਿੱਚੋਂ ਆ ਰਹੀ ਚੀਜ਼ ਆ, ਅਤੇ ਕੁਦਰਤ ਲਗਾਤਾਰ ਇਹ ਸੁਰਜੀਤ ਕਰ ਰਹੀ ਹੈ। ਅਤੇ ਸਾਹਿਬ ਬਿਆਨ ਕਰਦੇ ਇਹ ਪਿਆਰ ਹੀ ਹੈ ਜਿਹੜਾ ਧਰਤੀ 'ਤੇ ਇਸ ਰੂਪ ਵਿੱਚ ਜੀਵਨ ਦੀ ਆਮਦ ਕਰਾਉਂਦਾ, ਹੋਂਦ ਕਰਾਉਂਦਾ, ਉਹਦਾ ਅਹਿਸਾਸ ਕਰਾਉਂਦਾ। ਪਰ ਜਿਵੇਂ ਅਸੀਂ ਸੰਸਾਰ ਵਿੱਚ ਵਿਚਰਦੇ ਤੇ ਇਸ ਰੰਗ ਨੂੰ ਵਿਸਾਰ ਦਿੰਦੇ। ਮਤਲਬ ਇਸ ਤਰ੍ਹਾਂ ਜਾਣੋ, ਬਾਣੀ ਦਾ ਜੇ ਸਾਰਾ ਅਸੀਂ ਮੈਸੇਜ ਲੈਣਾ ਹੋਏ ਤੇ ਮਨੁੱਖ ਧਰਤੀ 'ਤੇ ਪਿਆਰ ਵੰਡਣ ਵਾਸਤੇ ਅਤੇ ਪਿਆਰ ਸਵੀਕਾਰਨ ਵਾਸਤੇ ਆਇਆ। ਇਹੀ ਤੇ ਇਹਦੇ ਵਿੱਚੋਂ ਹੀ ਸੇਵਾ ਨਿਕਲਦੀ ਹੈ। ਜੇ ਬੰਦੇ 'ਚੋਂ ਇਹ ਚੀਜ਼ ਹੀ ਮਾਨਸ ਕਰਦੇ ਹੋ ਤੁਸੀਂ, ਤੇ ਫਿਰ ਹੈ ਕਿ ਬੰਦਾ ਕਿਸੇ ਸਪੈਸੀਫਿਕ ਆਈਡੀਓਲੋਜੀ ਦੇ ਅੰਦਰ ਕਿਸੇ ਲਾਲਚ ਵਿੱਚ ਜੀਏਗਾ, ਕਿਸੇ ਹੰਕਾਰ ਦੀ ਪੂਰਤੀ ਲਈ ਜੀਏਗਾ। ਅਤੇ ਫਿਰ ਇਹਦੇ ਨਾਲ ਦੋ ਚੀਜ਼ਾਂ ਪੱਕੀਆਂ ਹੋਣਗੀਆਂ, ਵਧਿਆ ਹੋਇਆ ਲਾਲਚ, ਵਧਿਆ ਹੋਇਆ ਹੰਕਾਰ, ਕ੍ਰੋਧ ਲਿਆਵੇਗਾ। ਕਿਉਂਕਿ ਲਾਲਚ ਹਰ ਥਾਂ 'ਤੇ ਪੂਰਾ ਥੋੜ੍ਹਾ ਹੋਏਗਾ। ਜਿੱਥੇ ਪੂਰਾ ਨਹੀਂ ਹੋਏਗਾ ਉੱਥੇ ਕ੍ਰੋਧ ਚੜ੍ਹੇਗਾ, ਗੁੱਸਾ ਚੜ੍ਹੇਗਾ। ਇਹ ਕਿਵੇਂ ਹੋ ਸਕਦਾ? ਹੰਕਾਰ ਹਰ ਥਾਂ 'ਤੇ ਮੇਰਾ ਪ੍ਰਫੁੱਲਤ ਨਹੀਂ ਹੋਏਗਾ। ਜਦੋਂ ਪ੍ਰਫੁੱਲਤ ਨਹੀਂ ਹੋਏਗਾ ਮੈਨੂੰ ਗੁੱਸਾ ਚੜ੍ਹੇਗਾ। ਅਤੇ ਗੁੱਸੇ ਦੇ ਵਿੱਚ ਫਿਰ ਬੰਦੇ ਨੂੰ ਇੱਕੋ ਚੀਜ਼ ਨਜ਼ਰ ਆਉਂਦੀ ਹੈ, ਐਨਮਿਟੀ। ਆ ਵੀ ਦੁਸ਼ਮਣ ਹੈ, ਆ ਵੀ ਦੁਸ਼ਮਣ ਹੈ, ਆ ਵੀ ਦੁਸ਼ਮਣ ਹੈ, ਆ ਵੀ ਦੁਸ਼ਮਣ। ਅਤੇ ਫਿਰ ਬੰਦਾ ਇਹ ਸੋਚਦਾ ਵੀ ਕੋਈ ਨਾ ਕੋਈ ਤਿਗੜਮਬਾਜ਼ੀ ਕੀਤੀ ਜਾਏ, ਪਹਿਲਾਂ ਤਾਂ ਦੁਸ਼ਮਣ ਮਾਰੇ ਜਾਣ ਸਾਰੇ, ਵੀ ਇਹ ਮੁੱਕਣਗੇ ਤਾਂ ਹੀ ਆਪਣੀ ਜਾਨ ਸੌਖੀ ਹੋਏਗੀ। ਐਨਰਜੀ ਦੂਸਰੇ ਪਾਸੇ ਤੁਰ ਪੈਂਦੀ, ਸਾਰੀ ਐਨਰਜੀ। ਫਿਰ ਜਿਹੜਾ ਮਨੁੱਖਵਾਦੀ ਸੰਕਲਪ ਆ ਖਤਮ ਹੋ ਜਾਂਦਾ। ਮਹਾਰਾਜ ਕਹਿੰਦੇ ਤੂੰ ਵਿਸਰੈ ਤਾਂ ਸਭ ਕੋ ਲਾਗੂ। ਫਿਰ ਲੱਗਦਾ ਸਾਰੇ ਹੀ ਮੇਰੇ ਖਿਲਾਫ ਖੜੇ ਹੋ ਗਏ ਨੇ, ਸਾਰੇ ਹੀ ਮੇਰੇ ਦੁਸ਼ਮਣ ਬਣ ਗਏ ਨੇ। ਅਤੇ ਸਭ ਕਹਿੰਦੇ ਚੀਤ ਆਵੇ ਤਾਂ ਸੇਵਾ। ਜਿੱਥੇ ਉਹ ਚੇਤੇ 'ਚ ਆ ਜਾਏ ਫਿਰ ਸੇਵਾ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਇਕੱਲੀ ਤੁਸੀਂ ਨਹੀਂ ਸੇਵਾ ਕਰਦੇ, ਤੁਹਾਡੀ ਵੀ ਮਾਨਵਤਾ ਸੇਵਾ ਕਰਨ ਲੱਗ ਜਾਂਦੀ ਹੈ। ਤੁਹਾਡੀ ਸੇਵਾ ਦੇ 'ਚ ਮਾਨਵਤਾ ਫਿਰ ਅਗਰਸਰ ਹੋ ਜਾਂਦੀ ਉਸ ਰੂਪ ਦੇ 'ਚ ਵੀ ਭਾਈ ਇਸ ਤਰੀਕੇ ਨਾਲ ਕੀਤਾ ਜਾਏ। ਅਤੇ ਇਹਦੀ ਸਭ ਤੋਂ ਬੈਸਟ ਐਗਜ਼ਾਮਪਲ ਰੀਸੈਂਟ ਸਾਡੇ ਆ ਕਿਸਾਨੀ ਸੰਘਰਸ਼ ਦੇ 'ਚ ਸਾਰੇ ਦਾ ਸਾਰਾ ਉਹ ਤੁਸੀਂ ਉਸ ਅਮਲ ਨੂੰ ਦੇਖੋ। ਉਹਦੇ ਵਿੱਚ ਕੀ ਡਿਫਰੈਂਟ ਬਿਲੀਵ ਸਿਸਟਮ ਵਿੱਚੋਂ ਆ ਰਹੇ ਲੋਕ, ਮੈਂ ਤਾਂ ਚੀਜ਼ਾਂ ਦੇਖਦਾ ਸੀ, ਕਈ ਵਾਰੀ ਵਿਸਮਾਦ ਹੋ ਜਾਂਦਾ ਸੀ ਵੀ ਕਿਆ ਕਮਾਲ ਆ। ਬਾਗਪਤ ਤੋਂ ਮੁਸਲਮਾਨ ਟਰਾਲੀ ਭਰ ਕੇ ਗੁੜ ਦੀ ਲੈ ਕੇ ਆਇਆ। ਆਪਨੇ YouTube 'ਤੇ ਜਾਂ ਕਿਤੇ ਸ਼ਾਇਦ ਕੁਝ ਦੇਖਿਆ ਹੋਏ ਸੋਸ਼ਲ ਮੀਡੀਆ 'ਤੇ। ਅਤੇ ਉਹ ਗੁੜ ਜਿਹੜਾ ਹੈਗਾ ਉਹ ਦੇ ਰਿਹਾ ਲੰਗਰ ਵਾਸਤੇ। ਅਤੇ ਉਸ ਤਰੀਕੇ ਨਾਲ ਤੁਹਾਨੂੰ ਪੁੱਛਦਾ ਹੈ TV ਕੈਮਰੇ ਵਾਲਾ, ਮਤਲਬ ਮੇਨ ਸਟਰੀਮ ਦਾ ਕੋਈ, ਵੀ ਇਹ ਤੂੰ ਕਾਫੀ ਅਮੀਰ ਹੋਏਗਾ, ਇੰਨਾ ਗੁੜ ਲੈ ਕੇ ਆਇਆ ਟਰਾਲੀ ਭਰ ਕੇ। ਉਹ ਕਹਿੰਦੇ ਨਹੀਂ ਐਸਾ ਕੁਛ ਨਹੀਂ ਹੈਗਾ, ਮੈਂ ਤਾਂ ਆਪ ਪਤਾ ਨਹੀਂ 2 ਕਿ 3 ਵਿਗਿਆਂ ਦਾ ਮਾਲਕ ਹਾਂ। ਅਤੇ 3 ਵਿਗਿਆਂ ਦੇ ਵਿੱਚ ਵੀ ਮੇਰੇ ਕੋਲ 1 ਵਿਗਾ ਮੇਰੇ ਖਿਆਲ ਕਿੱਲੇ ਦਾ ਕੋਈ ਤੀਸਰਾ ਜਾਂ ਚੌਥਾ ਹਿੱਸਾ ਹੋਏਗਾ, ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਵਿਗੇ ਕਿੰਨੇ ਦੇ ਹੁੰਦੇ ਨੇ। ਅਤੇ ਉਹਦੇ 'ਚ ਹੀ ਮੇਰਾ ਇੰਨਾ ਕਿ ਮੇਰੇ ਕੋਲ ਈਖ ਸੀਗਾ, ਗੰਨੇ ਨੂੰ ਈਖ ਕਹਿੰਦੇ ਨੇ। ਅਤੇ ਕਹਿੰਦਾ ਕਿ ਉਸ ਤਰੀਕੇ ਨਾਲ, ਅਤੇ ਕਹਿੰਦਾ ਟਰਾਲੀ 'ਤੇ ਆਲਮੋਸਟ, ਕਹਿੰਦੇ ਨਹੀਂ ਐਕਚੁਅਲੀ ਅਸੀਂ ਇੱਕ ਕਲੈਕਟਿਵ ਵੇ ਨਾਲ ਇੱਕ ਅਪਰੋਚ ਅਡੋਪਟ ਕੀਤੀ। ਜਦੋਂ ਅਸੀਂ ਵੇਖਿਆ ਇੰਨੀ ਸੇਵਾ ਹੋ ਰਹੀ, ਸਾਰਾ ਕੁਝ, ਕਹਿੰਦਾ गाँव में बटले हो गए, बटले होका हमने एक मतलब बात पाई भी गल तोरी कि भाई किता की जाए। हमने न्यू कहा कि बेलना भी हमारे पा गुड़ बनाने वाला, तो थोड़ा थोड़ा गन्ना भी है। कहता गुड़ नहीं इकट्ठा किया, गन्ना इकट्ठा किया। असी गन्ना इकट्ठा करके कट्ठिया ने रल के मतलब सेवा हो रही है। तो
आप अंदाज़ा लाओ उन्होंने लोगों ने मंडियां च फसलां भी सट्टियां होणगियां, कोलूआं ते जिहड़ा हैगा गन्ना भी वेचिया होना है, खुशी हुंदी होनी जदों फसल वेच के पैसे लैके आउंदे होणगे, पर जिस दिन इस काज च लगे होणगे द वे दे फील, कोई चीज़ उन्हें रिप्लेस नहीं कर सकती। द वे द डू ऑल दीज थिंग्स, वो एक्ट उन्होंने वास्ते जिंदगी का सब तो बेस्ट एक्ट हो जाएगा। ये जिहड़ी रब्बी हस्ती का एहसास करके सुरत च बंदा जो तुरदा है ना, बंदा बंदा नहीं रह जाता, वो देवता हो जाता। इनू साहब कहते क्यों वसारदा आ, तू वसार के तुरदा आ तू इंसान भी नहीं रहिंदा, हैवान बन जाना है। साहब कह तू विसरें तो सब को लागू, चीत आवे तो सेवा, धरती ते जिउना रहना सेवा हो जाता। तो वो अपने तौर पर आए तो एक्चुअल लैवल पर देखा जाए तो यह सेवा उन्होंने अपने अंदर की कर ली, सफाई की। जिहड़ी एनिमिटी भरी होंगी बंदे विच, बंदे नूं बंदा दुश्मन दिसदा है, बहुत माड़ा है, ये तो मार देना चाहिए। कम्यूनिटीज़ एक दूसरी कम्यूनिटी के खिलाफ हमेशा माड़ियां गल्लां करदियां भी आ कम्यूनिटी वाले बड़े माड़े ने, आ जालम ने, इस तरीके नाल इत्थे इत्थे एक अंगेजमेंट बन रही। ये सब तो ये रब की जोत वेखण का एहसास आ, तो जरूरी नहीं, मतलब कई बार तो होएगा बंदे नूं कहा जाएगा रब की जोत वेख सारियां दे विच, पर एक ऐसे अमल विच जिहदे च अपने आप रब दे बंदे दिसन, सारे रब ही दिसे, करतार ही दिसे, तो बंदे की मुढ़ कदीमी भुख भी है। बंदा इसे करके रब दियां मूर्तियां बनाउंदा है, रब दियां शक्लां बनाउंदा है, रब दे नां दे थां बनाउंदा है, उन्हां वास्ते लड़दा भी है, मरदा भी है, भिड़दा भी है, पर यह भी नहीं एहसास रहिंदा कि उहदी समूरत। गुरु नानक साहब आरती के शब्दों को पढ़िए, महाराज की बयान करते हैं, सहस तव नैन नन नैन है तो देखो, तेरी मूर्ति किवें बनावांगा, हज़ारां हज़ारां अखां च तेरी ते जोत दिस रही है, सारियां मूरतां तेरियां ते मूरतां ने। फिर क्या इहदा एहसास तेरी सुरत करे, सब मैं जोत जोत है सोए, तिस दै चानण सब मैं चानण होए। महाराज गल ठीक है, पर इन्नी एनलाइटमेंट आवे तो आवे किवें? गुर साखी, गुरु की सिक्ख्या दे सदका। आपां ने चुल्हे बाले होणगे, इत्थे भी गैस के चुल्हे वगैरह तुसीं जरूर बाले होणगे, अदरवाइज तो असीं जिहड़ा कि मोस्टली जिहड़े इलैक्ट्रिक चुल्हे स्टोव्स ने वो यूज़ करते हैं। जो आप देखते हो चुल्हा बालते हो तो चुल्हा बालन लगिया माड़ी जी एक जिहड़ी है माचिस या मैच है जिहड़ी उस विच लिट करते हैं, तो उस तो बाद वो रोटी नहीं पकाउंदी, वो कोई पदार्थ नहीं पकाउंदी, पर अल्टीमेटली वो वड्डे चुल्हे नूं बालन वास्ते मददगार हो जाती है। जिहड़ी सिक्ख्या है ना, ये वेखण सुनन नूं पढ़न नूं ते कोई वड्डी चीज़ नहीं लगती। बंदे नूं लगदा कि लै एक ही बात है, गुरसाखी जोत प्रगट होए, सिक्ख्या की करेगा, उपदेश की करेगा। बाबा जी कहते उपदेश मैच की तरह काम करेगा, तेरा परस्पैक्टिव बदलेगा, तू अमल विचों ही सुख लभना है, कर्म विचों ही सुख लभना है, ज्यों के सुख मिलना है। एक थोड़ा महंगी, एक थोड़ा मतलब कह लो कि थोड़ा कॉम्पलीकेटिड लगेगा उस रूप में, पर एक मेरी सुरत शेर आ रहा है उलामा का, वो बयान करता है कि जिहड़ा खास करके देखो ना, असीं देखते कहते लताफत बेकसाफत जलवा पैदा कर नहीं सकती, चमन जंदार है आयनाए बाग बहारी का। लताफत बेकसाफत, लताफत होंदी है सियाणप, लतीफ हो जाना, वाइज हो जाना, विजडम आ जानी। लतीफ जो बहुत सियाणा उन्होंने कहते लतीफ। बाबा फरीद जी कहते जे तू अकल लतीफ, बहुत महीम बरीक सोच का मालक बन गया, तो जिन्नी अकल वध होएगी उन्ना बंदा बहुत बरीक सोचना शुरू कर देगा। महीम, छोटे तो छोटी गल, छोटे तो छोटे इंसीडेंट, छोटी तो छोटी चीज़ नूं बहुत उन्होंने जिहड़ा फिल्टर करेगा, उहदे उत्ते एनालिसिस करेगा, इत्थे बंदा फिर अकलमंद हो जाता। जिहड़े बंदे ने मोटी जी सोच रखी होगी बस या इधर डन काम निबड़िया, उन्होंने कोई बहुती अकल सोचने की लोड़ नहीं है। तो इत्थे संसार दे विच हर चीज़ लाइन कढ़ के लकीर कढ़ के भी नहीं चलती। तुसीं घरां च कहो ना भी माई वे और हाई वे, दैट्स इट, आइदर यू हैव टू लिसन मी और अदरवाइज वी विल नॉट एक्चुअली लिव टुगेदर, कर नहीं चलेगा।
ਤੁਸੀਂ ਕਦੀ ਕਰਕੇ ਦੇਖ ਲਿਓ। ਇੱਥੇ ਬੱਚਿਆਂ ਦੇ ਨਾਲ ਸਾਡੇ ਕੋਲ ਰਿਹਾ ਇੱਕ ਪੁਰਾਣਾ ਮਾਡਲ ਪੇਰੈਂਟਿੰਗ ਦਾ ਤੇ ਫੈਮਿਲੀ ਦਾ ਕਿ ਬੱਚੇ ਨੂੰ ਫਟਕਾਰਤਾ, ਖਬਰਦਾਰ, ਬਸ ਤੇਰਾ ਇੱਕੋ ਕੰਮ ਹੈ ਕਿ ਮੇਰੇ ਸਾਹਮਣੇ ਨਾ ਨਜ਼ਰ ਚੁੱਕਣੀ ਹੈ, ਨਾ ਆਵਾਜ਼ ਕੱਢਣੀ ਹੈ, ਨਾ ਬੋਲਣਾ। ਠੀਕ ਹੈ, ਬੱਚੇ ਕੋਲ ਚੋਇਸ ਹੀ ਕੋਈ ਨਹੀਂ। ਪ੍ਰੋਪਰਟੀ ਬਾਪ ਦੇ ਨਾਂ ਆ ਜਾਂ ਦਾਦੇ ਦੇ ਨਾਂ ਆ, ਤੇ ਬਾਹਰ ਸੁਸਾਇਟੀ ਦੇ ਵਿੱਚ ਕਿਤੇ ਸੋਰਸ ਨਹੀਂ ਰੋਟੀ ਖਾਣ ਜੋਗਾ ਵੀ, ਤੇ ਉਹ ਬਿਲਕੁਲ ਸਲੇਵ ਬਣ ਕੇ ਫੋਲੋ ਕਰੀ ਜਾਏਗਾ। ਹਾਂ, ਜਿੱਥੇ ਆਵਾਜ਼ ਆਏਗੀ, ਜਿੱਦਨ ਉਹਦੇ ਕੋਲ ਆਪਣੀ ਹੋਂਦ ਆਏਗੀ, ਉਦਨ ਕਹੇਗਾ ਵੀ ਹੁਣ ਟਿਟ ਫੋਰ ਟੈਟ ਹੋ ਜਾ, ਤਿਆਰ। ਤੂੰ ਹੀ ਸੀਗਾ ਨਾ, ਮੈਨੂੰ ਐਵੇਂ ਕਹਿੰਦਾ ਸੀ, ਹੁਣ ਦੱਸ। ਤੇ ਐਵੇਂ ਹੁੰਦਾ। ਜਿਹੜੀ ਮੋਸਟਲੀ ਸਾਡੀ ਖਾਸ ਕਰਕੇ ਮੈਸਕੂਲਨ ਜੈਂਡਰ ਦੀ ਰਿਲੇਸ਼ਨਸ਼ਿਪ ਹੈ ਭਾਰਤੀ ਖਿੱਤੇ 'ਚ, ਆਮ ਸਾਰੇ ਰੂਪ ਦੇ 'ਚ, ਤੇ ਖਾਸ ਕਰਕੇ ਪੰਜਾਬ ਦੀ ਫਿਜ਼ਾਂ ਦੇ ਵਿੱਚ ਐਵੇਂ ਦੀ ਹੈ। ਬਾਪ ਬੇਟਾ ਜਿਵੇਂ ਇੱਕ ਦੂਜੇ ਦੇ ਦੁਸ਼ਮਣ ਹੁੰਦੇ ਨੇ, ਐਵੇਂ ਹੈ ਇਸ ਤਰੀਕੇ ਦੇ ਨਾਲ। ਅੱਛਾ, ਤੂੰ ਐਵੇਂ ਇਸ ਰੂਪ ਦੇ, ਕਿਉਂਕਿ ਦਬਾਇਆ ਹੀ ਇੰਨਾ ਗਿਆ ਇਹ ਸਾਰੇ ਰੂਪ ਵਿੱਚੋਂ, ਤੇ ਉੱਥੇ ਕਿੱਥੇ ਹੋਏਗੀ। ਪਰ ਹੁਣ ਸਮਝ ਆਉਂਦੀ, ਨਹੀਂ ਐਵੇਂ ਨਹੀਂ ਹੋਣਾ ਚਾਹੀਦਾ। ਦੂਜੇ ਦੀ ਵੀ ਗੱਲ ਸੁਣੋ, ਦੂਜੇ ਨੂੰ ਵੀ ਕੁਝ ਕਹਿਣ ਦਿਓ, ਆਪ ਵੀ ਕੁਝ ਉਦੋਂ ਪ੍ਰੋਸੈਸ ਕਰੋ। ਇਹ ਇਸ ਰੂਪ ਵਿੱਚ ਚੱਲਦਾ, ਤੇ ਇਹ ਤਾਂ ਚੱਲ ਪਾਏਗਾ ਜੇ ਆਪਾਂ ਇਸ ਲੈਵਲ 'ਤੇ ਆਵਾਂਗੇ। ਤੇ ਜਿੱਥੇ ਇਹ ਹੋਏਗਾ ਕਿ ਨਹੀਂ ਐਕਚੁਅਲੀ ਬਾਤ ਸੁਣਨੀ ਨਹੀਂ, ਬਾਤ ਸਮਝਣੀ ਨਹੀਂ, ਫਿਰ ਇਹ ਇਸ ਲੈਵਲ 'ਤੇ ਮਹੀਮ ਸੋਚ ਚਾਹੀਦੀ ਹੈ, ਬਰੀਕ ਸੋਚ, ਸਿਆਣਪ ਦੀ ਸੋਚ, ਅਕਲ ਦੀ ਸੋਚ। ਤੇ ਅਕਲ ਲਤਾਫਤ ਹੁੰਦੀ ਹੈ, ਤੇ ਜਿਹੜੀ ਲਤਾਫਤ ਆ, ਮਤਲਬ ਬਹੁਤੀ ਵਾਰੀ ਅਸੀਂ ਕਹਿੰਦੇ ਗੱਲਾਂ ਹੀ ਨੇ, ਕੁਛ ਵੀ ਨਹੀਂ, ਪਰ ਗੱਲਾਂ ਵਿੱਚ ਹੀ ਸਭ ਕੁਛ ਪਿਆ ਹੁੰਦਾ ਆ। ਸਿੱਖਿਆ ਬਚਨ ਹੀ ਨੇ, ਬੋਲ ਹੀ ਨੇ, ਪਰ ਇਹਨਾਂ ਬੋਲਾਂ ਨੂੰ ਜਦੋਂ ਬੰਦਾ ਜੀਵਨ ਵਿੱਚ ਅਪਲਾਈ ਕਰ ਦਿੰਦਾ, ਉਲਾਮਾ ਲਿਖਦਾ ਲਤਾਫਤ ਬੜੀ ਵੱਡੀ ਚੀਜ਼ ਹੈ, ਪਰ ਉਹ ਵੱਡੀ ਚੀਜ਼ ਤਾਂ ਆ ਜੇ ਉਹ ਕਸਾਫਤ, ਜਿਹੜੀ ਚੀਜ਼ ਨੂੰ ਅਸੀਂ ਟੱਚ ਕਰ ਸਕਦੇ ਹਾਂ, ਜਿਹੜੀ ਚੀਜ਼ ਸਥੂਲ ਹੁੰਦੀ ਹੈ। ਲਤਾਫਤ ਗੱਲਾਂ ਨੂੰ ਟੱਚ ਨਹੀਂ ਕਰ ਸਕਦਾ ਕੋਈ, ਇਹ ਇਨਵਿਜ਼ੀਬਲ ਫੋਰਸ ਹੈ, ਇਨਵਿਜ਼ੀਬਲ ਪਾਵਰ ਆ, ਤੇ ਇਹਨੂੰ ਆਪਾਂ ਦੇਖ ਨਹੀਂ ਸਕਦੇ। ਪਰ ਜਿਹੜਾ ਬੰਦਾ ਆ, ਜਿਵੇਂ ਅਮਲ ਆ ਬੰਦਾ ਕਰਨ ਵਾਲਾ, ਉਹਨੂੰ ਤੁਸੀਂ ਟੱਚ ਕਰ ਸਕਦੇ ਹਾਂ, ਉਹਨੂੰ ਤੇ ਵੇਖ ਸਕਦੇ ਹਾਂ। ਉਹ ਕਹਿੰਦਾ ਵੀ ਜਲਵਾ ਤੇ ਲਤਾਫਤ ਹੀ ਪੈਦਾ ਕਰਦੀ ਹੈ, ਪਰ ਉਹਨੂੰ ਇੱਕ ਮਦਦ ਚਾਹੀਦੀ ਆ। ਹੋਰ ਮਦਦ ਕਿਵੇਂ ਚਾਹੀਦੀ ਹੈ? ਲਤਾਫਤ ਬੇਕਸਾਫਤ ਜਲਵਾ ਪੈਦਾ ਕਰ ਨਹੀਂ ਸਕਦੀ, ਉਹਦੇ ਤੋਂ ਬਿਨਾਂ ਉਹ ਜਲਵਾ ਨਹੀਂ ਪੈਦਾ ਕਰਦੀ। ਕੋਈ ਵੀ ਚੀਜ਼ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਕਿਸੇ ਪ੍ਰੋਸੈਸ 'ਚੋਂ ਪਾ ਕੇ ਨਹੀਂ ਕੱਢਦੇ। ਸਿੱਖਿਆ ਗੁਰਸਾਖੀ ਜੋਤ ਪ੍ਰਗਟ ਹੋਏ, ਸਿੱਖਿਆ ਦੇ ਵਿੱਚ ਬੰਦਾ ਆਪਣੇ ਆਪ ਨੂੰ ਲਾਵੇ, ਸਿੱਖੇ, ਉਹਨੂੰ ਅਡੋਪਟ ਕਰ ਲੇ, ਉਹਨੂੰ ਜਿਹੜਾ ਜੀਵਨ ਵਿੱਚ ਧਾਰਨਾ ਸ਼ੁਰੂ ਕਰ ਦੇ, ਡੈਫੀਨੇਟਲੀ ਜਲਵਾ ਪੈਦਾ ਹੋ ਜਾਏਗਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਸਿੱਖਿਆ ਲੈ ਵਸਾਰ ਨਾ, ਜੇ ਵਸਾਰੇਗਾ ਸਭ ਕੋ ਲਾਗੂ, ਚਿੱਤ ਵਿੱਚ ਰੱਖੇਗਾ ਚੀਤ ਆਵੇ ਤਾਂ ਸੇਵਾ, ਇੱਕ ਨਵੇਂ ਸੰਕਲਪ ਵਿੱਚ ਆ ਜਾਏਗਾ। ਦੂਸਰਾ ਰੰਗ ਇਹਦੇ ਨਾਲ ਲੈ ਲਈਏ, ਜਿਹੜਾ ਬਚਨ ਕਿਹਾ ਸੀਗਾ, ਹਰ ਬਿਸਰਤ ਸਦਾ ਖੁਆਰੀ, ਧਰਤੀ ਤੇ ਆਪੋ ਆਪਣੀ ਵਿਆਖਿਆ। ਮੈਂ ਰੀਸੈਂਟਲੀ ਨਾ ਕੁਝ ਯੂਰਪੀਅਨ ਲਿਟਰੇਚਰ ਐਕਚੁਅਲੀ ਰੀਫਰੈਸ਼ ਕਰ ਰਿਹਾ ਆਪਣੇ ਆਪ ਨੂੰ। ਮੈਂ ਹੇਗਲ ਨੂੰ ਪੜ੍ਹਿਆ ਰੀਸੈਂਟਲੀ ਕਾਫੀ ਸਾਰਾ, ਮਾਰਕਸ ਨੂੰ ਪੜ੍ਹ ਰਿਹਾ ਮੈਂ ਹੁਣ ਰੀਸੈਂਟਲੀ, ਪਹਿਲੇ ਪੜ੍ਹੇ ਨੂੰ ਦੁਬਾਰਾ ਫਿਰ ਐਨਾਲਿਟਿਕ ਪੁਆਇੰਟ, ਕਿਉਂਕਿ ਸੁਰਤ ਬੰਦੇ ਦੀ ਵੱਖਰੇ ਵੱਖਰੇ ਤਰੀਕੇ ਜਰਨੀ ਹੁੰਦੀ ਹੈ ਇੱਕ ਰੂਪ ਦੇ ਵਿੱਚ। ਅਤੇ ਮੈਂ ਅਹਿਸਾਸ ਰਿਹਾ ਸੀਗਾ ਸਾਰੇ ਨੂੰ ਕਰਦਿਆਂ ਹੋਇਆਂ ਕਿ ਭਾਵੇਂ ਉਹ ਧਰਮ ਸੰਸਥਾ ਦੇ ਬਾਬਤ ਬਹੁਤ ਕੁਝ ਹੋਰ ਤਰੀਕੇ ਨਾਲ ਕਹਿੰਦਾ, ਉਹ ਯੂਰੋਸੈਂਟਰਿਕ ਅਪਰੋਚ ਆ ਉਹਦੀ ਸਾਰੀ, ਪਰ ਗੱਲ ਇਹ ਹੈ ਕਿ ਕਿਤੇ ਵੀ ਤੁਸੀਂ ਦੇਖੋਗੇ ਤੇ ਜਿਹੜਾ ਅਨਾਲਿਸਿਸ ਆ ਉਹ ਰੂਹਾਨੀ ਤੌਰ 'ਤੇ ਪਾ ਕੇ ਜਦੋਂ ਸੰਸਾਰ ਦਾ ਕਰੋਗੇ, ਚੀਜ਼ਾਂ ਸਹੀ ਤਰ੍ਹਾਂ ਸਮਝ ਆਉਣਗੀਆਂ। ਨਹੀਂ ਤਾਂ ਸਭ ਉਗੜ ਦੁਗੜ ਹੀ ਰਹੇਗਾ। ਸਾਰਾ ਜਿਹੜਾ ਆ ਇੱਕ ਐਸਾ ਮਤਲਬ ਲੱਗੇਗਾ ਮੁਹਾਜ, ਕੁਛ ਵੀ ਪਤਾ ਨਹੀਂ ਲੱਗੇਗਾ। ਅਤੇ ਇਸ ਉਗੜ ਦੁਗੜ ਵਿੱਚੋਂ ਬੰਦਾ ਜਿਹੜਾ ਬਿਹੇਵੀਅਰ ਅਡੋਪਟ ਕਰੇਗਾ, ਉਹ ਵਕਤੀ ਤੌਰ 'ਤੇ ਆਪਣੀ ਜਾਂ ਤੇ ਅੰਦਰ ਦੀ ਸੋਚ ਨੂੰ ਪ੍ਰੂਵ ਕਰਨ ਵਾਸਤੇ, ਜਿਵੇਂ ਸਾਡੀ ਅੱਜ ਦੀ ਮੋਸਟਲੀ ਲੀਡਰਸ਼ਿਪ ਪੋਲੀਟੀਕਲ ਜਾਂ ਸੋਸ਼ਲ, ਈਵਨ ਰਿਲੀਜੀਅਸ ਵੀ, ਬਸ ਜੋ ਕੁਝ ਇੱਕ ਵਾਰੀ ਮੂੰਹ 'ਚੋਂ ਨਿਕਲ ਗਿਆ ਅਵਾ ਤਵਾ ਜਿਵੇਂ ਦਾ, ਬਸ ਉਹਨੂੰ ਪ੍ਰੂਵ ਕਰਨ 'ਤੇ ਲੱਗੀ ਹੈ। ਲੌਂਗ ਰਨ ਦੇ ਵਿੱਚ ਮਾਨਵਤਾ ਦਾ ਭਲਾ ਆ ਨਹੀਂ ਭਲਾ, ਕੀ ਕਿਹੜੇ ਪਾਸੇ ਜਾ ਰਹੇ ਹਾਂ, ਵਿਜ਼ਨ ਕੀ ਹੈ, ਜੇ ਇਹ ਦੇਖਿਆ ਜਾਏ ਤੇ ਲੌਂਗ ਰਨ ਵਿੱਚ ਦੇਖਾਂਗੇ 7 ਬਿਲੀਅਨ ਤੋਂ ਵੱਧ ਲੋਕ ਨੇ ਧਰਤੀ ਦੇ ਉੱਤੇ ਰਹਿ ਰਹੇ। ਰਿਫਿਊਜੀਆਂ ਦੀ ਗਿਣਤੀ ਇਤਨੀ ਵੱਧ ਗਈ ਹੈ ਧਰਤੀ ਦੇ ਉੱਤੇ, ਕੀ ਬਣੇਗਾ?
ਤੁਸੀਂ ਫੋਰਸਸ ਪੈਦਾ ਕਰਕੇ ਮਾਰੋਗੇ ਉਹਨਾਂ ਨੂੰ। ਕੋਲਡ ਵਾਰ ਖਤਮ ਹੋਏ ਨੂੰ ਕਿੰਨੇ ਸਾਲ ਹੋ ਗਏ, 80 ਦੇ ਨੇੜੇ ਖਤਮ ਹੋਈ। ਦੁਬਾਰਾ ਰਸ਼ੀਆ ਨੂੰ ਫਟਕਾਰ ਰਿਹਾ ਅਮਰੀਕਾ ਜਾ ਕੇ, ਖਬਰਦਾਰ ਜੇ ਤੂੰ ਫੌਜ ਚੜਾਈ ਇੱਥੇ। ਤੇ ਅਜੀਬ ਹਾਲਤ ਹੈ। ਸਿਆਣੇ ਲੋਕ ਜਿਹੜੇ ਥੋੜ੍ਹੇ ਬਹੁਤੇ ਕਿਤੇ ਹੈਗੇ ਨੇ ਵਿਜ਼ਨਰੀ ਲਿਟਰੇਸੀ ਦੇ ਵਿੱਚ ਬਿਲੀਵ ਕਰਨ ਵਾਲੇ, ਉਹ ਕਹਿੰਦੇ ਕਿਆ ਬਚਕਾਨਾ ਹਰਕਤਾਂ ਨੇ। ਇਹ ਵਜੂਦ ਸਾਨੂੰ ਦਿਸ ਰਿਹਾ ਚਾਰ ਚੁਫੇਰੇ। ਤੇ ਇਸ ਸਾਰੇ ਦੇ ਵਿੱਚੋਂ ਅਨਾਲਿਸਿਸ ਇਹ ਕੀਤਾ ਜਾਏ ਦੁਨੀਆਦਾਰੀ ਦੇ ਵਿੱਚ ਕਿ ਬੰਦੇ ਦੀ ਸਮੱਸਿਆ ਇਹ ਹੈ ਜੀ, ਬੰਦੇ ਨੂੰ ਮਤਲਬ ਰਿਸੋਰਸਿਸ ਦੀ ਕਮੀ ਹੈ, ਫਲਾਂ ਚੀਜ਼ ਦੀ ਫਲਾਂ ਚੀਜ਼। ਠੀਕ ਹੈ, ਆਪੋ ਆਪਣਾ ਤਰੀਕਾ ਅਨਾਲਿਸਿਸ ਹੋ ਸਕਦਾ ਹੈ, ਪਰ ਜੇ ਬਾਣੀ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਇੱਕ ਚੀਜ਼ ਸਪਸ਼ਟ ਲੱਗੇਗੀ ਸਿੱਧੇ ਰੂਪ ਦੇ ਵਿੱਚ ਕਿ ਹਰ ਬਿਸਰਤ ਸਦਾ ਖੁਆਰੀ। ਤੁਸੀਂ ਜਿਹੜਾ ਰੱਬਵਾਦੀ ਮਨੁੱਖਵਾਦੀ ਜਿਹੜਾ ਵਤੀਰਾ ਆ ਇਹ ਜੀਵਨ ਵਿੱਚੋਂ ਘਟਾਓ, ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਇਸ ਕਰਕੇ ਬੰਦੇ ਨੂੰ ਬੰਦੇ ਵਿੱਚੋਂ ਰੱਬ ਦੀ ਜੋਤ ਦੇਖਣ ਦਾ ਸੰਕਲਪ, ਮਨੁੱਖਤਾ ਨੂੰ ਸੇਵਾ ਦੇ ਸੰਕਲਪ ਵਿੱਚ ਦੇਖਣਾ, ਇਹੀ ਬਾਣੀ ਨੇ ਕਿਹਾ। ਬਾਬਾ ਜੀ ਨੇ ਇਸੇ ਸੇਵਾ ਦੇ ਮੁਹਾਜ ਦੇ ਨਾਲ ਸੁਸਾਇਟੀ ਤਬਦੀਲ ਕੀਤੀ। ਇਹ ਥੋੜ੍ਹਾ ਹੋਰ ਦੇਖੋ ਤੁਸੀਂ, ਆਪਾਂ ਹੁਣੇ ਸ਼ਹਾਦਤਾਂ ਦੀ ਬਾਤ ਕਰਨੀ ਆਉਂਦੇ ਹਫਤੇ ਪੂਰੇ ਦੇ ਵਿੱਚ, ਜੇ ਆਪਾਂ ਪਹਿਲੇ ਪੜਾਅ ਵਿੱਚ ਦੇਖਦੇ ਹਾਂ ਤੇ ਮੋਸਟਲੀ ਜਿਹੜੇ ਹਮਲਾਵਰ ਸੀਗੇ ਉਹ ਖੁਰਾਸਾਨ ਤੋਂ ਆ ਰਹੇ ਸੀ, ਤੁਰਕਿਸਤਾਨ ਤੋਂ ਆ ਰਹੇ ਸੀ, ਅਫਗਾਨਿਸਤਾਨ ਤੋਂ ਆ ਰਹੇ ਸੀਗੇ, ਈਰਾਨ ਤੋਂ ਆ ਰਹੇ ਸੀਗੇ, ਮੁਗਲੀਆ ਇਲਾਕੇ ਤੋਂ ਸਾਰਾ ਜਿਹੜਾ ਹੈਗਾ ਉੱਥੋਂ ਮੁਗਲ ਆ ਰਹੇ ਸਾਰੇ। ਸੋ ਇਹ ਮੋਸਟਲੀ ਲਟੇਰੇ ਬਣ ਕੇ ਇੱਥੇ ਆ ਰਹੇ ਸੀਗੇ। ਤੇ ਜੇ ਬੰਦਾ ਇਸ ਲੈਵਲ 'ਤੇ ਆਵੇ ਤਾਂ ਕਹੇ ਕਿ ਮੇਰਾ ਸੇਵੀਅਰ ਕੌਣ ਹੋਏਗਾ। ਅਟੈਕ ਕਰ ਰਹੇ ਨੇ, ਮੰਗੋਲ ਕਰ ਰਹੇ ਨੇ, ਖੁਰਾਸਾਨੀਏ ਕਰ ਰਹੇ ਨੇ, ਅਫਗਾਨ ਕਰ ਰਹੇ ਨੇ, ਤੇ ਬੰਦਾ ਇਹ ਸੋਚ ਰਿਹਾ ਸੀ ਬਾਹਰੋਂ ਮਦਦ ਕਰੇਗਾ ਕੋਈ, ਬਾਹਰੋਂ ਕੋਈ ਮਦਦ ਲਈ ਨਹੀਂ ਆ ਰਿਹਾ। ਹੁਣ ਕੀ ਕੀਤਾ ਜਾਏ? ਲੋਕ ਆਪ ਮਦਦ ਵਾਸਤੇ ਉੱਠਣਗੇ। ਕਿਵੇਂ ਉੱਠਣਗੇ? ਉਹਨਾਂ ਦੇ ਆਪਣੇ ਮਸਾਇਲ ਹੀ ਬੜੇ ਨੇ। ਆਪਣੇ ਮਸਾਇਲ 'ਚ ਭਾਈ ਗੁਰਦਾਸ ਜੀ ਕਹਿੰਦੇ ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੁਲਾਣੇ। ਉਹਨਾਂ ਦੀ ਇਸੇ ਖਹਿਬਾਜੀ 'ਚ, ਉੱਥੋਂ ਖਹਿਬਾਜੀ 'ਚੋਂ ਨਿਕਲੋ ਥੋੜ੍ਹਾ ਸਮਾਜਿਕ ਤੌਰ 'ਤੇ। ਅੱਜ ਤਾਂ ਬੜਾ ਰੌਲਾ ਪੈਂਦਾ ਹੈਗਾ ਕਿ ਇਹ ਹਿੰਦੂਤਵਾ ਦਾ ਜਾਂ ਹਿੰਦੂ ਮੁਲਕ ਦਾ ਉਸ ਰੂਪ ਦੇ ਵਿੱਚ। ਭਾਈ ਗੱਲ ਇਹ ਹੈ, ਹਿੰਦੂ ਹੈ ਕੀ ਹੈ? ਕੁਛ ਵੀ ਤੇ ਨਹੀਂ। ਜਾਤ ਪਾਤ 'ਚ ਵੰਡੇ ਹੋਏ ਲੋਕਾਂ ਦੀ ਹਾਲਤ ਹੀ ਕੋਈ ਨਹੀਂ ਗੀ। ਇਸ ਸਾਰੇ ਨੂੰ ਕਿਸੇ ਸਾਂਝੇ ਮੁਹਾਜ ਦੀ ਖੜਾ ਕਰੋਗੇ। ਸਾਂਝੇ ਮੁਹਾਜ ਲਈ ਕੀ ਖੜੋਗੇ? ਇਸ ਰੂਪ ਵਿੱਚ ਕਿ ਉਹਨਾਂ ਨੇ ਸਾਡੇ ਮੰਦਰ ਢਾਏ ਨੇ, ਆਪਾਂ ਉਹਨਾਂ ਦੀਆਂ ਮਸੀਤਾਂ ਢਾ ਦਿਆਂ, ਲੋਕ ਇਕੱਠੇ ਹੋ ਜਾਣਗੇ। ਚੇਂਜ ਕਿੰਨਾ ਕੁ ਵੱਡਾ ਆਏਗਾ? ਕੁਛ ਵੀ ਨਹੀਂ। ਉਸੇ ਤਰੀਕੇ ਨਾਲ ਬੇਪਤੀ ਹੋਏਗੀ ਸੁਸਾਇਟੀ ਦੇ ਵਿੱਚ। ਫਿਰ ਚੇਂਜ ਕਿਵੇਂ ਲਿਆਓਗੇ? ਆਲਰੇਡੀ ਸਫਰਿੰਗ ਹੋ ਰਹੀ ਹੈ, ਬਾਹਰੋਂ ਮਾਰਨ ਪੈ ਰਹੇ ਨੇ ਲੋਕ। ਜਦੋਂ ਮਾਰਨ ਪੈ ਰਹੇ ਨੇ ਉਹ ਵੇਖਦੇ ਨੇ ਆ ਕੇ ਜਿੰਨੀ ਸਫਰਿੰਗ ਮੁਸਲਮਾਨ ਬਲੀਵ ਰੱਖਣ ਵਾਲੇ ਲੋਕਾਂ ਦੀ ਦੂਜਿਆਂ ਦੀ ਤਾਂ ਹੋਈ ਵੀ ਨਹੀਂ। ਰਾਜੇ ਜਦੋਂ ਆਪਾਂ ਦੇਖਦੇ ਹਾਂ, ਨਾਦਰ ਸ਼ਾਹ ਦੁਰਾਨੀ ਆਉਂਦਾ ਆ ਜਾਂ ਅਬਦਾਲੀ ਨੂੰ ਚੜਾ ਕੇ ਜਿਹੜੀ ਮੁਗਲੀਆ ਬੇਗਮ ਲਿਆਉਂਦੀ ਹੈ, ਕਿਉਂਕਿ ਉਹਦੇ ਨਾਲ ਧੋਖਾ ਕੀਤਾ ਉਹਨਾਂ ਨੇ, ਜਿਹੜਾ ਹੈਗਾ ਉਹ ਸਈਦ ਭਰਾਵਾਂ ਤੇ ਦੂਜਿਆਂ ਨੇ। ਤੇ ਉਹ ਆਇਆ ਜਦੋਂ ਅਬਦਾਲੀ, ਤੇ ਉਹਨੇ ਇੱਕ ਇੱਕ ਮੁਗਲ ਖਾਨਦਾਨ ਦੇ ਤੇ ਜਿੰਨੇ ਅਮੀਰ ਸ਼ਮੀਰ ਸੀ ਉਹਨਾਂ ਦੇ ਘਰਾਂ ਦੀ ਚੁਣ ਚੁਣ ਕੇ ਨੂੰਹਾਂ ਬੇਟੀਆਂ ਉਹਨੂੰ ਫੜਵਾਈਆਂ ਵੀ ਆਹ ਫੜ, ਆਹ ਬੜੀ ਖੂਬਸੂਰਤ ਆ, ਇਹਨੂੰ ਪਕੜ। ਇਹ ਤਵਾਰੀਖ 'ਚ ਲਿਖਿਆ ਸਾਰਾ ਕੁਝ, ਅਫਸਾਨਾ ਨਹੀਂ ਗਾ ਕੋਈ। ਸੁੱਖ ਕਿਹਨੂੰ ਮਿਲਿਆ? ਫਿਰ ਬਾਣੀ ਕਹਿੰਦੀ ਨਾ, ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ 'ਚ ਜਦੋਂ ਟੱਕਰਾ ਖਾਏਗਾ ਬੰਦਾ, ਕੀ ਰਾਜਾ ਤੇ ਕੀ ਰੰਕ, ਬਰਬਾਦੀ ਤੋਂ ਬਿਨਾਂ ਕੁਛ ਵੀ ਨਹੀਂ। ਮਹਾਰਾਜ ਨੇ ਰੋਸ਼ਨ ਦਿਮਾਗ ਕੀਤਾ, ਰੋਸ਼ਨੀ ਦਿੱਤੀ, ਅਸੂਲ ਦਿੱਤੇ, ਅਸੂਲਾਂ 'ਤੇ ਪਹਿਰਾ ਕਰਨ ਦੀ ਬਾਤ ਕੀਤੀ। ਤੇ ਅਸੂਲਾਂ 'ਤੇ ਪਹਿਰਾ ਦਿੰਦਿਆਂ ਬੰਦਾ ਹਮੇਸ਼ਾ ਮਹਿਸੂਸ ਕਰਦਾ ਲੁੱਟਿਆ ਹੋਇਆ, ਵੀ ਮਾੜੀ ਮੋਟੀ ਕਿਤੇ ਹੋਏ ਨਾ, ਸਪੋਜ਼ ਕਰੋ ਮੇਰੇ ਤੋਂ ਕੋਈ ਬੈਨੀਫਿਟ ਲੈ ਜਾਏ ਤੇ ਮੈਨੂੰ ਲੱਗੇਗਾ ਠੱਗੇ ਗਏ, ਬੜਾ ਨੁਕਸਾਨ ਹੋ ਗਿਆ। ਅੱਜ ਤੱਕ ਕਈ ਵਾਰ ਲੋਕੀ ਕਹਿ ਵੀ ਦਿੰਦੇ, ਦੱਸੋ ਗੁਰੂ ਸਾਹਿਬ ਨੇ ਕੀ ਕੀਤਾ, ਐਵੇਂ ਥੋੜ੍ਹਾ ਕਰਨਾ ਚਾਹੀਦਾ। ਮਰਨ ਦਿੰਦੇ ਪੰਡਤਾਂ ਨੂੰ, ਮਰਦੇ ਸੀ। ਤੇ ਸੌਰੀ ਟੂ ਸੇ ਆਈ ਹੈਵ ਹਰਡ ਸੋ ਮੈਨੀ ਟਾਈਮ। ਹਾਲਾਂਕਿ ਮੈਂ ਇਸ ਗੱਲ ਨੂੰ ਪ੍ਰੋਪਰਲੀ ਕਾਊਂਟਰ ਕਰਦਾ ਉਸ ਰੂਪ ਵਿੱਚ, ਮੈਂ ਸਿਰਫ ਐਗਜ਼ਾਮਪਲ ਦੇ ਤੌਰ 'ਤੇ ਕਰ ਰਿਹਾ। ਮਹਾਰਾਜ ਨੇ ਪਰਉਪਕਾਰਤਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਜਿਹਨੂੰ ਬ੍ਰਹਮ ਸੁਰਤਤਾ ਹੈ, ਉਹਦਾ ਸੁਭਾਅ ਹੈ ਪਰਉਪਕਾਰ ਕਰਨਾ। ਉਹ ਕੈਲਕੂਲੇਸ਼ਨ ਨਹੀਂ ਕਰਦਾ, ਉਹ ਫਾਇਦੇ ਨੁਕਸਾਨ ਨਹੀਂ। ਉਹਨੂੰ ਇੱਕ ਆਪਣਾ ਰਸ ਹੈ, ਆਪਣੀ ਖੁਸ਼ੀ ਹੈ, ਆਪਣੀ ਖੁਸ਼ੀ ਦੇ ਵਿੱਚ ਉਸ ਰੂਪ ਵਿੱਚ ਆਇਆ ਹੈ। ਸੋ ਇਹ ਜਿਹੜੀ ਚੀਜ਼ ਆ, ਮਤਲਬ ਜਿਹੜਾ
ਅਸੀਂ ਬਚਨ ਪੜ੍ਹਦੇ ਹਾਂ, ਤਿਲਕ ਜੰਜੂਰ ਆਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ। ਜਦੋਂ ਲੋਕੀ ਕਹਿੰਦੇ ਕਲਯੁਗ ਵਾਪਰ ਗਿਆ, ਇੱਥੇ ਮਾਵਾਂ ਬੱਚੇ ਨਹੀਂ ਸਾਂਭਦੀਆਂ, ਇੱਥੇ ਜੀ ਭਰਾ ਭਰਾ ਦਾ ਨਹੀਂਗਾ ਕੋਈ, ਇੱਥੇ ਕੋਈ ਕਿਸੇ ਦਾ ਨਹੀਂ ਹੈਗਾ, ਸਭ ਲਾਲਚ 'ਚ ਨੇ। ਉਸ ਕਲੂ ਵਿੱਚ ਸਾਕਾ ਹੋ ਗਿਆ ਇੱਕ ਐਸੀ ਚੀਜ਼। ਸਾਕਾ ਅਸਲ ਦੇ 'ਚ ਸੰਮਤ ਨੂੰ ਵੀ ਕਹਿੰਦੇ ਹਾਂ ਅਸੀਂ, ਯੁੱਗ ਬਦਲ ਜਾਣਾ। ਸਾਕਾ ਅਸੀਂ ਕਹਿੰਦੇ ਹਾਂ ਤਵਾਰੀਖ ਦੀ ਐਸੀ ਗਵਾਹੀ ਜਿਹਨੂੰ ਕਿਤੇ ਵੀ ਤਰੀਕ ਵਿੱਚ ਤੁਸੀਂ ਮੈਚ ਨਹੀਂ ਕਰ ਸਕਦੇ। ਮਤਲਬ ਇੱਕ ਤਰੀਕ ਇੱਥੇ ਆ, ਜਿਵੇਂ ਸਪੋਜ਼ ਕਰੋ ਅੱਜ ਕੋਈ ਤਾਰੀਖ ਹੈਗੀ ਹੈ, ਪਿਛਲੇ ਮਹੀਨੇ ਵੀ ਸੇਮ ਤਰੀਕ ਸੀਗੀ, ਪਿਛਲੇ ਸਾਲ ਵੀ ਸੀ, ਪਿਛਲੇ ਉਸ ਤੋਂ ਪਿਛਲੇ ਸਾਲ ਵੀ ਸੀ, ਪਰ ਇਸ ਤਾਰੀਖ 'ਚ ਘਟਨਾ ਵਾਪਰ ਗਈ ਜਿਹੜੀ ਘਟਨਾ ਕਿਤੇ ਵੀ ਮੈਚ ਨਹੀਂ ਹੁੰਦੀ। ਸਾਕਾ, ਇਟਸ ਅਨਬਲੀਵੇਬਲ। ਐਵੇਂ ਵੀ ਹੋ ਸਕਦਾ। ਹਾਂ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕਿਸੇ ਹੋਰ ਦਾ ਤਿਲਕ ਹੈ, ਕਿਸੇ ਹੋਰ ਦਾ ਜੰਜੂ ਹੈ, ਤਾਕਾ ਉਹਨਾਂ ਦਾ। ਰਾਖਾ ਕੋਈ ਹੋਰ ਹੋ ਰਿਹਾ ਜਿਹੜਾ ਬਿਲਕੁਲ ਹੀ ਉਸ ਪਾਸੇ ਜਿਹਦਾ ਬਲੀਵ ਹੀ ਨਹੀਂ ਹੈਗਾ ਕੁਛ ਵੀ। ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ। ਕਮਾਲ ਹੈ। ਇੱਕ ਐਸਾ ਕਾਰਜ ਐਕਸਟ੍ਰੀਮ ਕਰਤਾ, ਪਰਉਪਕਾਰਤਾ ਵਿੱਚ। ਜ਼ੁਲਮ ਵਿੱਚ ਤਾਂ ਕੋਈ ਵੀ ਕਰ ਸਕਦਾ ਹੈ ਉਸੇ ਰੂਪ ਦੇ ਵਿੱਚ, ਮਤਲਬ ਕੋਈ ਉਸ ਤਰੀਕੇ ਨਾਲ। ਪਰਉਪਕਾਰਤਾ ਦੀ ਇੰਤਹਾ, ਇੱਕ ਐਸੀ ਇੰਤਹਾ ਜਿਹੜੀ ਲਾ ਮਿਸਾਲ ਆ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਮਤਲਬ ਬੰਦਾ ਚਲੋ ਕਿਸੇ ਰੂਪ ਵਿੱਚ ਕਿਤੇ ਕੋਈ ਕਾਬੂ ਆ ਜਾਏ ਤੇ ਬੰਦਾ ਕਹਿੰਦਾ ਵੀ ਚਲੋ ਹੁਣ ਤੇ ਮਰਨਾ ਹੀ ਪੈਣਾ, ਵੀ ਕੋਈ ਨਾ ਮਰ ਜਾਗੇ, ਚੀਕਾਂ ਮਾਰਦਾ ਹੋਇਆ ਨਾ। ਸੌਰੀ ਟੂ ਸੇ, ਮੈਂ ਫਿਰ ਕੰਪੈਰੀਜ਼ਨ ਚੀਜ਼ਾਂ ਨਹੀਂ ਕਰਦਾ ਮੋਸਟਲੀ, ਪਰ ਜੇ ਆਪਾਂ ਲਿਟਰੇਚਰ ਨੂੰ ਵੀ ਦੇਖੀਏ ਨਾ, ਤੇ ਦੁਨੀਆ ਤੇ ਇੱਕ ਬਹੁਤ ਵੱਡੇ ਸ਼ਹੀਦ ਨੂੰ ਲੋਕ ਬੜਾ ਵੱਡਾ ਅਵਤਾਰ ਮੰਨ ਕੇ ਚੱਲਦੇ ਨੇ, ਤੇ ਉਹਨਾਂ ਦਾ ਸਤਿਕਾਰ ਕਰਨਾ ਫਰਜ਼ ਹੈ, ਤੇ ਕਰਦੇ ਨੇ, ਬਹੁਤ ਵਧੀਆ ਆ। ਪਰ ਜੇ ਆਪਾਂ ਉਹਨਾਂ ਦੀ ਰਾਈਟਿੰਗ ਪੜ੍ਹੀਏ ਨਾ, ਤੇ ਜਦੋਂ ਉਹਨੂੰ ਉਸ ਲੈਵਲ 'ਤੇ ਲਿਆਂਦਾ ਜਾਂਦਾ, ਤੇ ਉਹਦੇ ਮੂੰਹ 'ਚੋਂ ਲਫ਼ਜ਼ ਨਿਕਲਦੇ ਨੇ ਵੀ ਓ ਲਾਰਡ, ਦਿਸ ਕੱਪ ਆਫ ਸੋਰੋ ਇਜ਼ ਵੈਰੀ ਬਿਟਰ, ਪਲੀਜ਼ ਟੇਕ ਅਵੇ ਫਰੋਮ ਮਾਈ ਲਿਪਸ। ਵੀ ਜਿਹੜੀ ਦੁੱਖ ਦਾ ਪਿਆਲਾ ਹੈ ਨਾ, ਬੜਾ ਔਖਾ ਪੀਣਾ ਹੈ, ਮੇਰੇ ਹੋਠਾਂ ਤੋਂ ਦੂਰ ਕਰ ਰਿਹਾ ਕਰੀ। ਪਰ ਇੱਥੇ ਤੇ ਅਸੀਂ ਬਚਨ ਪੜ੍ਹਦੇ ਹਾਂ ਵੀ ਮਹਾਰਾਜ ਜਿਹੜਾ ਸੰਦੇਸ਼ ਭੱਟਾਂ ਨੇ ਸਵਈਆਂ 'ਚ ਪਾਇਆ ਬਾਣੀ ਤੋਂ ਬਾਹਰ ਆ ਬਚਨ ਹੈ ਵੀ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀ ਹੈ, ਮਨ ਲੋਚਾ ਬੁਰਿਆਈਆਂ ਗੁਰ ਸ਼ਬਦੀ ਇਹ ਮਨਹੋੜੀ ਹੈ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀ ਹੈ। ਤੇ ਇਹ ਬਾਅਦ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਰਾਈਟਰਸ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਕੈਲਕੂਲੇਟ ਰਾਈਟਿੰਗ ਵਿੱਚ ਪਾਇਆ। ਉਹ ਕਹਿੰਦੇ ਜਦੋਂ ਦਿੱਲੀ 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇੰਨੇ ਸ਼ਹੀਦ ਫੜ ਕੇ ਉਹਨਾਂ ਕੀਤੇ ਨਾ, ਤੇ ਉਹ ਇਹੋ ਬਚਨ ਬਗਾਈ ਜਾਂਦੇ ਸੀਗੇ। ਉਹ ਬਾਅਦ 'ਚ ਲੋਕਾਂ ਨੂੰ ਪੁੱਛਦੇ ਕਿ ਵਟ ਡਜ਼ ਇਟ ਮੀਨ ਵੀ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀ ਹੈ, ਵੀ ਪੂਰੇ ਹੋ ਜਾਣਾ ਵੀ ਇਹ ਚਿੱਤ ਵੀ ਕਮਲ ਰੂਪ ਆ ਤੇ ਉਹਦੇ ਚਰਨ ਵੀ ਕਮਲ ਰੂਪ ਆ, ਸਜਾਤ ਮੇਲ ਹੋ ਰਿਹਾ ਆ। ਅਸੀਂ ਇੱਕ ਹਾਇਰ ਥਾਟ ਤੇ ਜਾ ਰਹੇ ਹਾਂ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸਿਉ ਜੋੜੀ ਹੈ, ਮਨ ਲੋਚਾ ਬੁਰਿਆਈਆਂ। ਮਨ ਦਾ ਸੁਭਾਅ ਆ, ਸ਼ਬਦ ਸਾਰਾ ਇੱਥੇ ਆਏਗਾ। ਗੁਰੂ ਸ਼ਬਦੀ ਇਹ ਮਨਹੋੜੀ ਹੈ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀ ਹੈ। ਇਹ ਹੈ ਕੀਨੋ ਬੜੋ ਕਲੂ ਮੈਂ ਸਾਕਾ, ਕਲੂ ਵਿੱਚ ਇਹ ਸਾਕਾ ਹੋ ਗਿਆ। ਸੋ ਇੱਕ ਅਵੱਲੀ ਚੀਜ਼ ਇਹ ਪੋਸੀਬਲ ਹੈ ਜਦੋਂ ਸਿੱਖਿਆ ਉਸ ਰੂਪ ਵਿੱਚ ਵਾਪਰੇ ਮਨੁੱਖੀ ਮਨ ਦੇ, ਜਿਹੜੀ ਮੈਂ ਬਾਤ ਪਹਿਲਾਂ ਪ੍ਰਾਰੰਭ ਕਰ ਰਿਹਾ ਸੀਗਾ ਕਿ ਬਾਹਰੋਂ ਅਟੈਕ ਕਰ ਰਹੇ ਨੇ ਲੋਕ, ਬਾਹਰੋਂ ਤਾਂ ਕੋਈ ਸੇਵੀਅਰ ਨਹੀਂ ਆਏਗਾ, ਲੋਕਾਂ ਨੇ ਉੱਠਣਾ। ਤੇ ਲੋਕ ਕਿਵੇਂ ਉੱਠਣਗੇ? ਲੋਕਾਂ ਨੂੰ ਤੁਸੀਂ ਵਕਤੀ ਤੌਰ ਤੇ ਉਭਾਰ ਲਵੋ ਕਿਸੇ ਇੱਕ ਖਾਸ, ਜਿਵੇਂ ਨਾਜ਼ਿਜ਼ਮ ਜਿੰਨੀ ਫਾਸਟ ਵਧਿਆ ਕੋਈ ਚੀਜ਼ ਨਹੀਂ ਵਧੀ। ਇਹ ਐਵੇਂ ਹੈ ਜਿਵੇਂ ਖਰਪਤਵਾਰ, ਘਾਹ ਜਿਹੜਾ ਹੁੰਦਾ, ਜਿਹੜਾ ਪੈਸਟ ਆ, ਕਿਵੇਂ ਵੱਧਦਾ ਆ? ਲੋੜ ਹੀ ਨਹੀਂ, ਬਸ ਮਤਲਬ ਜੇ ਬੰਦਾ ਕਹੇ ਵੀ ਘਾਹ ਹੀ, ਉਹ ਤੇ ਫਟਾਫਟ ਵੱਧ ਜਾਏਗਾ। ਹਾਂ, ਫਸਲ ਵਧਾਉਣੀ ਬੜੀ ਔਖੀ ਹੈ। ਉਹਨੂੰ ਤਾਂ ਉਹਦੇ ਅੰਦਰੋਂ ਹੀ ਘਾਹ ਪੈਦਾ ਹੋ ਕੇ, ਬਾਹਰੋਂ ਕੀੜੇ ਮਕੌੜੇ ਪਸ਼ੂ ਉਹ ਤੇ ਪੈਣਗੇ ਹੀ, ਉਹ ਤੇ ਖਾਣ ਵਾਸਤੇ ਆਉਣਗੇ, ਪਰ ਉਹਦਾ ਆਪਣੀ ਖੁਰਾਕ ਖਾਣ ਵਾਸਤੇ ਜੜ੍ਹਾਂ 'ਚ ਘਾਹ ਪੈਦਾ ਹੋਏਗਾ, ਗੁੱਡਣਾ ਪਏਗਾ ਰੋਜ਼, ਬੜੀ ਸੰਭਾਲ ਕਰਨੀ ਪਏਗੀ, ਉਹ ਤਾਂ ਬੜਾ ਔਖਾ ਹੈ। ਉਹ ਤਾਂ ਫਸਲ ਪਾਲਣੀ ਪਏਗੀ ਉਸ ਰੂਪ ਦੇ ਵਿੱਚ। ਸੋ ਸਾਹਿਬ ਮਹਾਰਾਜ ਨੇ ਉੱਥੇ ਇੱਕ ਆਈਡੀਓਲੋਜੀ ਬਿਲਟ ਕੀਤੀ, ਟੋਟਲੀ ਮਾਨਵ ਪੱਖੀ, ਜਿਸ ਦੀ ਡੈਮੋਸਟ੍ਰੇਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਅਸੀਂ ਦੇਖਦੇ ਹਾਂ, ਸਿੱਖ ਮਿਸਲਾਂ ਦੌਰ 'ਤੇ ਅੱਜ ਤੱਕ ਦੇਖਦੇ ਹਾਂ। ਐਜ਼ ਏ ਕਮਿਊਨਿਟੀ, ਜਿਹੜਾ ਖਾਲਸਾ ਨੇਸ਼ਨ ਹੈ, ਜਿਹੜਾ ਆਪਣੇ ਆਪ 'ਚ ਖਾਲਸਾ ਕਮਿਊਨਿਟੀ ਦਾ ਕੌਨਸੈਪਟ ਹੈ, ਉਹਦੇ ਰੂਪ ਵਿੱਚ ਦੇਖਦੇ। ਖੈਰ, ਬਚਨ ਇਹ ਹੈ ਉਸ ਨੂੰ ਨਾ ਵਿਸਾਰਨਾ,
जिन्हें जिस प्रिंसीपल के बेस के उत्ते सारी कायनात सिरजी है, तो वह एहसास साड़ी सुरत च होए। प्रभु के एहसास, करतार के एहसास के नाल बंदे की जहनी तौर पर अपलिफ्टिंग होंदी है। उस शायर का बचन कह रहा सीगा कि लताफत बेकसाफत जलवा पैदा कर नहीं सकती, चमन जंदार है आयनाए बाग बहारी का। इस तरह जानो कि जिवें आपां इत्र लाउने आ, इत्र लाउन लगे आप जो परफ्यूम खाने, साड़ी परफ्यूम लाउन दे वास्ते इच्छा ये नहीं होंदी कि अपने कपड़े नूं जिहड़ा हैगा उन्होंने वैट करना आ या बॉडी के उत्ते वाटर स्प्रे करना आ ना। इंटेंशन की होंदी है, कोलों साडी फ्रेगरेंस खुशबू आनी चाहिए है उहदे वास्ते। पर खुशबू कल्ली नहीं आएगी, खुशबू जिहड़ी है वो पानी के सहारे आएगी। उस खास करके जिहड़ा ड्रॉप ऑफ वाटर है वो लैके आवेगा। इन बिन सिक्ख्या ही अमल असल रूप च करामात आ, पर सिक्ख्या अमल विच दरियाफ्त होएगी। तो इहदा अमल उहदी याद का तसव्वुर लैके आउंदा आ। बचन इत्थे कर लईए आपां शुरुआत। महाराज बयान करदे क्यों बिसरें प्रभ मनै ते, सानू बात की जा रही है। जिसके गुण एह, जिदे आ गुण ने, जिहदी कुछ वडियाई असीं जिहड़ी डिस्कस कर रहे हैं, बाकी गुरु साहब सारे शब्द च बात करते हैं। क्या जिसके गुण एह प्रभ तज रचे जे आन स्यों सो रली अखे। है तो मिट्टी है पर नूर जिंदगी है। तो जे जिंदगी नूं जी लवे, एहतराम लवे, रिकगनाइज कर लवे, अंडरस्टैंड कर लवे, लिव कर लवे। समटाइम पीपल आस्क लिटरली इन इंग्लिश लिटरेचर, व्हाट्स द डिफरेंस बिटवीन living and existing? Some people only exist here, they don't live. When they start living, then existence, it will happen. They won't be eliminated at all. बंदा कहता है मेरी होंद, मेरी एग्जिस्टेंस जिहड़ी है वो भले बंदे। मिट्टी तो हमेशा ही रही है, पर मिट्टी नूं एग्जिस्टेंस नहीं मन्निया जा सकता। नूर है एग्जिस्ट करता, तो नूर एग्जिस्ट नहीं करता, नूर लिव करता है। जे सारे इस बॉडी च नूर है तो अकल च ही नहीं है। बड़ा मतलब दिस इज काइंड ऑफ ट्रबल वी हैव एज ए ह्यूमन। सारी शरीर दे चो मतलब रविया आ, सुरते च नहीं रविया। अकल ही तो टुट गई है, अपने सोमे तो टुटिया होया, रूट्स तो टुट के ट्री की वो हरियावल देगा, कभी भी नहीं देगा। साड़ी सुरत च उहदे बाद एहसास होए। बड़ा प्यारा बचन है जिहड़ा महाराज ने कहा। इत्थे बचन कहा, कहने लगे कि गल ये प्रभ तज रचे जे आन स्यों सो रली अखे। फिर मिट्टी मिट्टी हो जाएगी। तो मर के मिट्टी, जे बंदे नूं प्रॉपरली मरना आ जाए तो मर के मिट्टी मिट्टी होंदी है। जे चीज़ होंदी गुरु तेग बहादुर साहब की बात की है, जाके तो देखो उत्थे आउंदे सन दिन च बाद मौका मिलिया तो आई विल ट्राई टू कंपेयर टू डेथ्स। औरंगजेब किसी को पता भी नहीं कि कित्थे उसकी खबर कित्थे है। मुसलमानों नहीं पता है जोड़ा वो जहाद के नाम से लड़ता रहा, एडा वड्डा उन्हें इजाफा करने की ट्राई की खिते दे विच। तो गुरु तेग बहादुर साहब स्थान दे देखो जाके तुसी, एक नहीं तीन स्थान, गुरुद्वारा रकाबगंज, गुरुद्वारा सीसगंज, फिर सीसगंज ऑल द वे आनंदपुर साहब। तो जिथों जिथों नंगे उत्थे पड़ावां दे विच। क्या कमाल है, ये मिट्टी किवें रह गई, नूर हो गई है। ते ये चीज़ जिहड़ी ते मनुख नूं दस्सिया जा रहा है, खे होएगा जे सुर तो टुटेगा। तो अदरवाइज तू नूर चों है, नूर च आ जाएगा। रेस्ट ऑफ शब्द जिहड़ा दी सारी व्याख्या च आ, जिहदी बात आउंदे समय वास्ते करांगे। जिवें अलाउ कीता, इफ आई मे thought actually thought allow me, then I will keep on speaking, otherwise I might get little bit rest, but I have no clue at present. वाहिगुरु ने जिवें चाहया उस रूप दे विच, जे ठीक रहा तो I will be definitely speak tomorrow, otherwise I might take a break. आउंदे दिनां ते शहादत पुरब भी आ रहे हैं, जिन्होंने असीं जिहड़ा हैगा बड़े वड्डे पद्धर ते मनावांगे, मीन शहीदां नूं याद करांगे। तो हुण वास्ते इत्थे समाप्ति करदे हां। रागी विरागे ने अगली सेवा वो करने की मैंने इजाज़त देनी, कह देना जी। वाहिगुरु जी का खालसा, वाहिगुरु जी की फतेह।